ਇੱਕ ਸਾਲ ਆਰਮੀ ਚ 10ਵੀਂ ਤੋਂ ਬਾਅਦ ਹਰ ਯੂਥ ਦਾ ਕੰਪਲਸਰੀ ਕਰੋ। ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਇੱਕ ਮੌਕਾ ਦੇ ਰਹੀ ਹੈ ਕਿ ਤੁਸੀਂ ਆਪਣੇ ਮਾਪੇ ਤੇ ਡਿਪੈਂਡੈਂਟ ਨਾ ਰਹੋ। ਤੁਹਾਨੂੰ ਅਸੀਂ ਤਨਖਾਹ ਵੀ ਦੇਵਾਂਗੇ, ਨਾਲੇ ਗਰੂਮਿੰਗ ਵੀ ਕਰਾਂਗੇ। ਕਹਿੰਦੇ ਕਿ ਜਦੋਂ ਵਿਆਹ ਦੀ ਉਮਰ ਹੋਊਗੀ ਉਦੋਂ ਤਾਂ ਕਹੇਗਾ ਕਿ ਸਾਡਾ ਤਾਂ ਫੌਜੀ ਰਿਟਾਇਰ ਹੋ ਕੇ ਆ ਗਿਆ। ਆਪਾਂ ਫੋਰਨ ਕੰਟਰੀ ਚ ਜਾਂਦੇ ਆ ਭਾਈ, ਉੱਥੇ ਜਾਂਦੇ ਡੀਸੀ ਲਾ ਦਿੰਦਾ ਸਾਨੂੰ। ਦੇਸ਼ ਦੇ ਵਿੱਚ ਜਾ ਕੇ ਜਦੋਂ ਤੁਸੀਂ ਸਭ ਕੁਝ ਕਰ ਸਕਦੇ ਹੋ, ਆਪਣੇ ਦੇਸ਼ ਦੇ ਵਿੱਚ ਜਦੋਂ ਸਰਕਾਰ ਤੁਹਾਡਾ ਖਰਚਾ ਚੱਕ ਰਹੀ ਹੈ, ਨਾਲੇ ਤੁਹਾਨੂੰ ਤਨਖਾਹ ਦੇ ਰਹੀ ਹੈ ਟ੍ਰੇਨਿੰਗ ਦੇਣ ਦੀ, ਉਹਦੇ ਚ ਕੀ ਕੁਤਾਹੀ ਹੈ? ਸਰਕਾਰ ਤੁਹਾਨੂੰ ਇੱਕ ਚੰਗਾ ਸਿਵਿਲੀਅਨ ਫੌਜੀ ਬਣਾਊਗੀ। ਸਮਝਾ ਨਹੀਂ ਪਾਏ, ਬੀਜੇਪੀ ਸਮਝਾ ਨਹੀਂ ਪਾਈ, ਸਰਕਾਰ ਸਮਝਾ ਨਹੀਂ ਪਈ ਇਸ ਚੀਜ਼ ਨੂੰ। ਕੀ ਕਿਹਾ ਜਾਵੇ, ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਅੱਗਾਂ ਲੱਗ ਚੁੱਕੀਆਂ। ਅਗਨੀਵੀਰਾਂ ਦੇ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਹੋ ਰਿਹਾ ਹੈ, ਰੇਲਾਂ ਸਾੜੀਆਂ ਜਾ ਰਹੀਆਂ ਨੇ ਔਰ ਕਈ ਥਾਵਾਂ ਤੇ ਅਜਿਹੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਕਿ ਵੱਡਾ ਨੁਕਸਾਨ ਹੋਇਆ, ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ। ਇਸ ਮਸਲੇ ਤੇ ਗੱਲਬਾਤ ਕਰਾਂਗੇ। ਬੀਜੇਪੀ ਦੀ ਵਿਰੋਧਤਾ ਹੋ ਰਹੀ ਹੈ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ, ਔਰ ਜੱਸੀ ਜਸਰਾਜ ਹੁਣੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਔਰ ਜੱਸੀ ਜੀ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਔਰ ਕਿਹਾ ਜਾ ਰਿਹਾ ਕਿ 17 ਸਾਲ ਦੀ ਉਮਰ ਦੇ ਵਿੱਚ ਕੋਈ ਫੌਜੀ ਬਣੂਗਾ ਔਰ ਉਸ ਤੋਂ ਬਾਅਦ 4 ਸਾਲਾਂ ਬਾਅਦ ਹੀ ਰਿਟਾਇਰਮੈਂਟ ਹੋ ਜਾਊਗੀ। ਪੂਰੇ ਦੇਸ਼ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋ ਰਹੇ, ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਦੇਖੋ, ਇੱਕੋ ਹੀ ਮੰਤਰ ਹੈ ਭਾਰਤੀ ਜਨਤਾ ਪਾਰਟੀ ਦੀ ਕਿ ਫਿਟ ਹੈ ਇੰਡੀਆ ਤੋਂ ਹਿੱਟ ਹੈ ਇੰਡੀਆ। ਅਗਰ 10 ਲੱਖ ਪਰਿਵਾਰਾਂ ਨੂੰ ਆਪਣਾ ਇੱਕ ਧੀ ਪੁੱਤਰ ਫੌਜ ਦੇ ਵਿੱਚ ਜਦੋਂ 16-17 ਸਾਲ ਦੀ ਉਮਰ 'ਚ ਹਾਲੇ ਅੱਖਾਂ ਵੀ ਨਹੀਂ ਖੁੱਲਦੀਆਂ ਸਾਡੇ ਜਵਾਕਾਂ ਦੀਆਂ, ਮਾਂ-ਬਾਪ ਤੇ ਡਿਪੈਂਡੈਂਟ ਹੁੰਦੇ ਨੇ, ਸਾਰਾ ਖਰਚਾ ਪਾਕਟ ਮਨੀ ਮਾਂ-ਬਾਪ ਵੱਲ। ਸਾਡੇ ਬੱਚੇ 12-12 9-9 ਵਜੇ ਤੱਕ ਸਵੇਰੇ ਸੁੱਤੇ ਰਹਿੰਦੇ ਆ, ਕੋਈ ਗੱਲ ਨਹੀਂ ਡੈਡੀ ਤੋਂ ਲੈ ਲਾਂਗੇ, ਮੰਮੀ ਤੋਂ ਲੈ ਲਾਂਗੇ। ਅੱਜ ਕੱਲ ਧੀ ਪੁੱਤ ਰਹਿ ਗਿਆ 1 ਜਾਂ 2 ਹਰ ਕਿਸੇ ਦਾ। ਤਾਂ ਭਾਈ ਜੇ ਸਰਕਾਰ 10 ਲੱਖ ਪਰਿਵਾਰਾਂ ਦੀ ਜ਼ਿੰਮੇਵਾਰੀ ਚੱਕਦੀ ਹੈ, ਉਹ ਐਡੋਲਸੈਂਟ ਏਜ ਦੇ ਵਿੱਚ, ਉਹ ਨਾਜ਼ੁਕ ਏਜ ਦੇ ਵਿੱਚ, ਜਦੋਂ ਬੱਚਾ ਸਭ ਤੋਂ ਜ਼ਿਆਦਾ ਇਨਫਲੂਐਂਸ ਹੁੰਦਾ ਆਸ਼ਕੀਆਂ ਵੱਲ, ਜਦੋਂ ਡਰੱਗ ਕਲਚਰ ਵੱਲ, ਜਦੋਂ ਆਪਣੇ ਪਾਥ ਤੋਂ ਗੁੰਮਰਾਹ ਹੋ ਕੇ ਕਿਸੇ ਹੋਰ ਬੁਰੀ ਸੰਗਤ 'ਚ ਪੈਂਦਾ ਆ, ਆਪਣਾ ਉਹਨੂੰ ਪਾਥ ਨਹੀਂ ਪਤਾ ਹੁੰਦਾ, ਯੂਥ ਡਾਇਰੈਕਸ਼ਨਲੈਸ ਹੁੰਦਾ। ਅਗਰ ਉਸ ਏਜ ਦੇ ਵਿੱਚ ਉਹ ਯੂਥ ਨੂੰ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਇੱਕ ਮੌਕਾ ਦੇ ਰਹੀ ਹੈ ਕਿ ਤੁਸੀਂ ਆਪਣੇ ਮਾਪੇ ਤੇ ਡਿਪੈਂਡੈਂਟ ਨਾ ਰਹੋ, ਤੁਹਾਨੂੰ ਅਸੀਂ ਤਨਖਾਹ ਵੀ ਦੇਵਾਂਗੇ, ਨਾਲੇ ਗਰੂਮਿੰਗ ਵੀ ਕਰਾਂਗੇ। ਇੱਥੇ ਆਪਾਂ ਬੱਚਾ ਪਹਿਲਾਂ ਸਕੂਲ 'ਚ ਪੜਾਉਂਦੇ ਆ, ਵਰਦੀ ਦਾ ਖਰਚਾ ਸਾਡਾ, ਕਿਤਾਬਾਂ ਦਾ ਖਰਚਾ, ਸਕੂਲਾਂ ਦਾ ਖਰਚਾ, ਐਡਮਿਸ਼ਨ ਫੀਸ, ਫਲਾਣੀ ਫੀਸ, ਫਿਰ ਅਸੀਂ ਟਿਊਸ਼ਨ ਫੀਸ, ਸਾਰਾ ਕੁਝ ਮਾਂ-ਬਾਪ ਤੇ ਪਿਆ ਹੁੰਦਾ। ਜਦੋਂ ਹੁਣ ਸਰਕਾਰ ਤੁਹਾਡਾ ਸਾਰਾ ਖਰਚਾ ਚੱਕੂਗੀ, ਸਰਕਾਰ ਤੁਹਾਨੂੰ ਇੱਕ ਚੰਗਾ ਸਿਵਿਲੀਅਨ ਫੌਜੀ ਬਣਾਊਗੀ, 35% ਲੋਕਾਂ ਨੂੰ ਸਰਕਾਰ ਨੌਕਰੀਆਂ ਦੇਊਗੀ, ਜਿਹੜੇ ਬਾਕੀ ਰਹਿੰਦੇ ਆ ਉਹਨਾਂ ਚੋਂ 10% ਉਹਨਾਂ ਨੂੰ ਤਰਜੀਹ ਮਿਲੂਗੀ ਬਾਕੀ ਜਗ੍ਹਾ ਨੌਕਰੀ ਦੇ ਵਿੱਚ। ਤੁਹਾਡੇ ਉਹ ਜਿਹੜੀ ਐਡੋਲਸੈਂਟ ਏਜ ਹੈ, ਨਾਜ਼ੁਕ ਏਜ ਹੈ, 17 ਤੋਂ 21 ਸਾਲ ਤੱਕ, ਅਗਰ ਸਰਕਾਰ ਇਸ ਟੇਕਿੰਗ ਦਾ ਰਿਸਪੌਂਸਿਬਿਲਿਟੀ, ਤੁਹਾਨੂੰ 15 ਤੋਂ 17 ਲੱਖ ਰੁਪਇਆ 4 ਸਾਲ 'ਚ, ਕਿਉਂਕਿ ਇੱਕ ਫੌਜੀ ਬੰਦੇ ਦਾ ਨਾ ਤਾਂ ਕੋਈ ਬਹੁਤਾ ਕੱਪੜਿਆਂ ਦਾ ਖਰਚਾ ਹੁੰਦਾ, ਵਰਦੀ, ਬੂਟ, ਖਾਣਾ ਪੀਣਾ, ਤੇ ਤੁਹਾਨੂੰ ਟ੍ਰੇਨਿੰਗ ਫ੍ਰੀ 'ਚ। ਬਾਈ ਜੀ, ਜਿਹੜੇ ਬੱਚਿਆਂ ਨੇ ਬਚਾਉਣਾ ਹੋਇਆ, ਜਿਨ੍ਹਾਂ ਨੂੰ ਅੱਗੇ ਆਪਣਾ ਫਿਊਚਰ ਦਿਖਦਾ, ਦੇ ਕੈਨ ਕੰਟੀਨਿਊ ਦ ਸਟੱਡੀਜ਼ ਥਰੂ ਕੋਰਸਪੋਂਡੈਂਸ ਥਰੂ ਪੜ੍ਹ ਸਕਦੇ। ਮੈਂ ਕੋਰਸਪੋਂਡੈਂਸ ਥਰੂ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਿਆ +2 ਤੋਂ ਬਾਅਦ। ਮੇਰੇ ਫਾਦਰ ਸਾਹਿਬ ਨੂੰ ਮੇਰੀ ਲੋੜ ਸੀ ਬਿਜ਼ਨਸ 'ਚ, ਮੈਂ ਉਹਨਾਂ ਦੀ ਹੈਲਪ ਕੀਤੀ, ਨਾਲ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ। ਜੇ ਆਪਾਂ ਫੋਰਨ ਕੰਟਰੀ 'ਚ ਜਾਂਦੇ ਆ ਬਾਈ, ਉੱਥੇ ਜਾਂਦੇ ਡੀਸੀ ਲਾ ਦਿੰਦਾ ਸਾਨੂੰ। ਇੱਥੋਂ 2-2 ਕਿੱਲੇ ਵੇਚ ਕੇ 10-10, 20-20, 25, 50 ਲੱਖ ਰੁਪਇਆ ਲਾ ਕੇ ਅਸੀਂ ਫੋਰਨ 'ਚ ਜਾਂਦੇ ਆ। ਉੱਥੇ ਕੀ ਸਬਵੇ ਤੇ KFC ਤੇ ਟਿਮ ਹਾਰਟਨ ਤੇ ਅਸੀਂ ਨਹੀਂ ਖੜਦੇ, ਕੰਮ ਨਹੀਂ ਕਰ ਰਹੇ? ਕੀ ਅਸੀਂ ਉੱਥੇ ਪੇਂਟ ਨਹੀਂ ਕਰ ਰਹੇ? ਕੀ ਅਸੀਂ ਉੱਥੇ ਟੱਟੀਆਂ ਸਾਫ਼ ਨਹੀਂ ਕਰ ਰਹੇ? ਉਹ ਬਾਈ ਕੀ ਗੁਨਾਹ ਆ? ਉੱਥੇ ਵਿਦੇਸ਼ ਦੇ ਵਿੱਚ ਜਾ ਕੇ ਜਦੋਂ ਤੁਸੀਂ ਸਭ ਕੁਝ ਕਰ ਸਕਦੇ ਹੋ, ਆਪਣੇ ਦੇਸ਼ ਦੇ ਵਿੱਚ ਜਦੋਂ ਸਰਕਾਰ ਤੁਹਾਡਾ ਖਰਚਾ ਚੱਕ ਰਹੀ ਹੈ, ਨਾਲੇ ਤੁਹਾਨੂੰ ਤਨਖਾਹ ਦੇ ਰਹੀ ਹੈ ਟ੍ਰੇਨਿੰਗ ਦੇਣ ਦੀ, ਉਹਦੇ 'ਚ ਕੀ ਕੁਤਾਹੀ ਹੈ? ਇਹ ਚਰਚਾ ਹੈ ਸੋਸ਼ਲ ਮੀਡੀਆ ਤੇ ਵੀ ਔਰ ਇਹੀ ਗੱਲ ਕਹੀ ਜਾ ਰਹੀ ਹੈ। ਵਿਰੋਧਤਾ ਇਸ ਚੀਜ਼ ਨੂੰ ਲੈ ਕੇ ਹੋ ਰਹੀ ਹੈ ਕਿ 21-22 ਸਾਲ ਦੀ ਕੋਈ ਥੋੜਾ ਜਾਂ ਤੇ ਵਧਾ ਦਿੱਤਾ ਜਾਵੇ ਇਸ ਨੂੰ, ਕਿਉਂਕਿ ਕਹਿੰਦੇ ਕਿ 17-18 ਦੀ ਏਜ ਜਾਏਗਾ, 21-22 ਦੇ ਵਿੱਚ ਰਿਟਾਇਰ ਹੋ ਜਾਏਗਾ। ਕਹਿੰਦੇ ਕਿ ਜਦੋਂ ਵਿਆਹ ਦੀ ਉਮਰ ਹੋਊਗੀ ਉਦੋਂ ਤਾਂ ਕਹੇਗਾ ਕਿ ਸਾਡਾ ਤਾਂ ਫੌਜੀ ਰਿਟਾਇਰ ਹੋ ਕੇ ਆ ਗਿਆ। ਦੋਸਤੋ, ਜਿਹੜੇ ਫੌਜੀ ਤੁਹਾਡੇ ਪਿੰਡਾਂ 'ਚ ਝਾਤੀ ਮਾਰੋ, ਪ੍ਰੈਕਟੀਕਲ ਗੱਲ ਕਰੋ। ਇਹ ਜਿਹੜੇ ਸ਼ਗੂਫੇ ਨੇ ਰਾਹੁਲ ਗਾਂਧੀ ਐਂਡ ਵਿਰੋਧੀ ਪਾਰਟੀਆਂ ਦੇ, ਇਹਨਾਂ ਦੇ ਇੱਕ ਪਾਸੇ, ਜਿਹੜੇ ਫੌਜੀ ਤੁਹਾਡੇ ਪਿੰਡਾਂ 'ਚ ਰਿਟਾਇਰ ਹੋ ਕੇ ਵੀ ਆ ਗਏ, ਸੱਚ ਦੱਸੋ ਕਿਤੇ ਨਾ ਕਿਤੇ ਨੌਕਰੀ ਕਰਨ ਜਾ ਰਹੇ ਆ ਕਿ ਨਹੀਂ ਜਾ ਰਹੇ? 65% ਫੌਜੀ ਫਿਰ ਵੀ ਨੌਕਰੀ ਕਰਦਾ ਰਹਿੰਦਾ, ਬਿਕੋਜ਼ ਉਹਨੂੰ ਡਿਸਿਪਲਿਨ ਆ ਜਾਂਦਾ ਐਟ ਐਨ ਅਰਲੀ ਏਜ। ਠੀਕ ਹੈ, ਉਹ ਬੁਢਾਪੇ ਤੱਕ ਫੌਜੀ ਆਦਮੀ ਐ ਰਹਿੰਦਾ, ਉਹਦੀ ਦਾੜੀ ਐਨ ਬੰਨੀ ਹੋਈ ਪੂਰੀ, ਆਪਣੀ ਪੱਗ ਬੰਨੀ, ਟਾਈਮ ਤੇ ਉੱਠਣਾ, ਟਾਈਮ ਤੇ ਰੋਟੀ ਖਾਣੀ, ਟਾਈਮ ਤੇ ਆਪਣੀ। ਜੇ ਅੱਜ ਆਪਣੇ ਦੇਸ਼ ਦਾ ਯੂਥ ਆਪਣੇ ਆਪ ਨੂੰ ਫਿਟ ਰੱਖੂਗਾ, ਡਿਸਿਪਲਿਨ 'ਚ ਰਹੂਗਾ, ਡਿਸਿਪਲਿਨ ਨਹੀਂ ਹੈ ਯੂਥ ਦੇ ਵਿੱਚ। 10 ਲੱਖ ਯੂਥ ਨੂੰ ਅਗਰ ਡਿਸਿਪਲਿਨ ਆ ਜਾਊਗਾ ਤਾਂ ਬਾਈ ਜੀ, ਇੱਕ ਪਿੰਡ 'ਚੋਂ ਅਗਰ ਪਹਿਲਵਾਨ ਬਣਦਾ
ਤਾਂ ਕਿੰਨੇ ਬੰਦੇ ਭਲਵਾਨ ਬਣਨ ਲਈ ਜਾਂਦੇ ਆ। ਅਗਰ ਸਾਡੇ ਯੂਥ ਨੂੰ ਅਰਲੀ ਏਜ ਦੇ ਵਿੱਚ ਡਿਸਪਲਿਨ ਆ ਗਿਆ, ਉਹਨੂੰ ਰੋਡ ਦੇ ਉੱਤੇ ਗੱਡੀ ਚਲਾਉਣ ਲੱਗਿਆਂ ਡਿਸਪਲਿਨ ਆਊਗਾ, ਉਹਨੂੰ ਕੋਈ ਵੀ ਜਿਹੜਾ ਸਮਾਜਿਕ ਕੰਮ ਹੈ ਜਿਹਦੇ ਵਿੱਚ ਉਹ ਵਿਚਰਦਾ ਉੱਥੇ ਡਿਸਪਲਿਨ ਆਊਗਾ। ਅਗਰ ਉਹ ਅਵੇਸਲਾ ਹੋ ਕੇ ਲੇਟ ਉੱਠਦਾ ਸੀ, ਉਹਨੂੰ ਡਿਸਪਲਿਨ ਆਊਗਾ ਵੀ ਨਹੀਂ ਯਾਰ ਇੰਨੇ ਘੰਟੇ ਨੇ। ਟਾਈਮ ਇਜ਼ ਮਨੀ, ਤੁਹਾਨੂੰ ਵਕਤ ਦੀ ਕਦਰ ਆਊਗੀ। ਬਾਈ ਜੀ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਅਸੀਂ ਨੌਕਰੀਆਂ ਕਰਕੇ, ਅਸੀਂ ਨਾਲ ਬੱਚੇ ਪੜ੍ਹ ਰਹੇ ਆ, ਤੂੰ +2 ਕਰਕੇ ਬੱਚੇ ਜਾ ਰਹੇ ਆ, +2 ਕਰਕੇ 4 ਸਾਲ ਆਪਣੀ ਡਿਗਰੀ ਵੀ ਪੂਰੀ ਕਰਦੇ ਆ, ਆਪਣਾ ਕੋਰਸ ਵੀ ਪੂਰਾ ਕਰਦੇ, ਨਾਲ ਆਪਣੀ ਜੌਬ ਕਰ ਰਹੇ ਆ, ਉੱਥੇ ਜਾ ਕੇ ਕਾਮਯਾਬ ਹੋ ਸਕਦੇ ਆ। ਬਾਈ ਜੀ ਇੱਥੇ ਇਟਸ ਅ ਗੋਲਡਨ ਓਪਰਚੁਨਿਟੀ। ਇਹ ਲੋਕਾਂ ਤੋਂ, ਯੂਥ ਤੋਂ ਇੱਕ ਐਸੀ ਓਪਰਚੁਨਿਟੀ ਖੋਣ ਦੀ ਕੋਸ਼ਿਸ਼ ਹੈ ਵਿਰੋਧੀਆਂ ਵੱਲੋਂ। ਤੁਸੀਂ ਸਮਝਾ ਨਹੀਂ ਪਾਏ, ਬੀਜੇਪੀ ਸਮਝਾ ਨਹੀਂ ਪਾਈ, ਸਰਕਾਰ ਸਮਝਾ ਨਹੀਂ ਪਈ ਇਸ ਚੀਜ਼ ਨੂੰ, ਕੀ ਕਿਹਾ ਜਾਵੇ? ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਅੱਗਾਂ ਲੱਗ ਚੁੱਕੀਆਂ। ਦੇਖੋ ਇਹ ਵਿਰੋਧੀਆਂ ਨੂੰ ਮੌਕਾ ਚਾਹੀਦਾ, ਕਿਉਂਕਿ 2024 ਚ ਇਲੈਕਸ਼ਨ ਹੈ। ਅੱਗਾਂ ਲਾਉਣੀਆਂ ਇਜ਼ ਵੈਰੀ ਈਜ਼ੀ। ਕਿਤੇ ਵੀ 4000 5000 ਬੰਦਾ ਇਕੱਠਾ ਕਰੋ, ਚਲੋ ਚਲੋ ਜਲਦੀ, ਨਹੀਂ ਤਾਂ ਸਰਕਾਰ ਨਹੀਂ ਆਊਗੀ 2024 ਚ। ਇਹ ਜਿਹੜੀ ਬੌਖਲਾਹਟ ਹੈ ਤੁਹਾਡੀ, ਇਹ ਭਾਰਤੀ ਜਨਤਾ ਪਾਰਟੀ, ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਇਹ ਹਿਲਾ ਨਹੀਂ ਸਕਦੀ। ਅਗਰ ਭਗਵੰਤ ਮਾਨ ਵਰਗੇ ਯਾਰ ਇਹੋ ਜਿਹੇ ਬੰਦੇ, ਜਾਂ ਕੇਜਰੀਵਾਲ ਵਰਗੇ ਝੂਠੇ ਬੰਦੇ, ਦੋਗਲੇ ਬੰਦੇ, ਉਹ ਬੰਦੇ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ, ਤਾਂ ਆਪ ਸੋਚ ਲਓ ਉਹਨਾਂ ਦਾ ਮਨੋਰਥ ਕੀ ਹੈ। ਅਗਰ ਕਾਂਗਰਸ ਇਸ ਚੀਜ਼ ਦਾ ਵਿਰੋਧ ਕਰ ਰਹੀ, ਉਹਨਾਂ ਦਾ ਮਨੋਰਥ ਕੀ ਹੈ? ਅਗਰ ਫਿੱਟ ਹੋਊਗਾ ਇੰਡੀਆ, ਤਾਂ ਭਾਈ ਰਾਹੁਲ ਗਾਂਧੀ ਦਾ ਕੀ ਢਿੱਡ ਦੁਖਦਾ? ਅਗਰ ਫਿੱਟ ਹੋਊਗਾ ਇੰਡੀਆ ਤੇ ਭਗਵੰਤ ਮਾਨ ਦਾ ਕੀ ਢਿੱਡ ਦੁਖਦਾ? ਅਗਰ ਫਿੱਟ ਹੋਊਗਾ ਇੰਡੀਆ ਤੇ ਵਿਰੋਧੀਆਂ ਦਾ ਕੀ ਢਿੱਡ ਦੁਖਦਾ? ਤੁਸੀਂ ਦੱਸੋ ਬਾਈ ਜੀ। 17 ਤੋਂ 21 ਸਾਲ ਦੇ ਜਵਾਕ ਨੂੰ ਅਗਰ ਸਰਕਾਰ ਆਪਣੇ ਖਰਚੇ ਤੇ ਇੱਕ ਟ੍ਰੇਨ ਕਰਕੇ ਫੌਜੀ ਬਣਾ ਰਹੀ ਹੈ, ਭਾਜੀ ਸਿਹਤ, ਸਾਡੇ ਦੇਸ਼ ਦੀ ਸਿਹਤ ਡਿੱਗ ਰਹੀ ਹੈ। ਸੋ ਦੇ ਆਰ ਟਰਾਈਂਗ देयर ਲੈਵਲ ਬੈਸਟ ਕਿ ਆਓ ਯਾਰ, ਅਗਰ ਯੂਥ ਇਜ਼ ਦਾ ਫਿਊਚਰ ਆਫ ਐਨੀ ਕੰਟਰੀ। ਅੱਜ ਯੂਥ ਨੂੰ ਅਗਰ ਇੱਕ ਸਹੀ ਰਾਹ ਤੇ ਲੈ ਕੇ ਮੋਦੀ ਸਾਹਿਬ ਆਉਣਾ ਚਾਹੁੰਦੇ ਹੈ, ਤਾਂ ਬਾਈ ਜੀ ਕਿਸੇ ਦਾ ਕਿਉਂ ਢਿੱਡ ਦੁਖ ਰਿਹਾ? ਸਰਕਾਰ ਨੇ ਖਰਚਾ ਕਰਨਾ, ਮਾਂ-ਬਾਪ ਦੀ ਰਿਸਪੌਂਸਿਬਿਲਿਟੀ ਸ਼ੇਅਰ ਕਰਨਗੇ ਪ੍ਰਾਈਮ ਮਿਨਿਸਟਰ ਸਾਹਿਬ, ਨਹੀਂ ਤਾਂ ਸਾਰਾ ਬੋਝ ਮਾਂ-ਬਾਪ ਤੇ ਹੈ। ਅੱਜ ਸਰਕਾਰ 10 ਲੱਖ ਫੈਮਿਲੀਜ਼ ਦੀ ਜ਼ਿੰਮੇਵਾਰੀ ਲੈ ਰਹੀ ਹੈ ਵੀ ਅਸੀਂ ਤੁਹਾਡੇ ਬੱਚਾ, ਸਾਡਾ ਬੱਚਾ ਇਹ, ਤੁਹਾਡਾ ਬੱਚਾ ਨਹੀਂ ਰਹਿ ਗਿਆ, ਇਹ ਦੇਸ਼ ਦਾ ਬੱਚਾ ਆ। ਕਹਿੰਦੇ ਕਿ ਕੰਸੀਡਰ ਥੋੜਾ ਬਹੁਤ ਹੋ ਜਾਣਾ ਚਾਹੀਦਾ ਹੈ ਕਿ ਇਸ ਨੂੰ ਸੈੱਟ ਕਰ ਲਿਆ ਜਾਵੇ। ਬੀਜੇਪੀ ਦੇ ਵੀ ਕੁਝ ਆਗੂ ਇਸ ਚੀਜ਼ ਨੂੰ ਲੈ ਕੇ ਕਹਿੰਦੇ ਕਿ ਥੋੜਾ ਬਹੁਤ ਜੇ ਸਰਕਾਰ ਸੋਚ ਲਵੇ ਤਾਂ ਇਸ ਦੇ ਵਿੱਚ ਤਾਂ ਕਿ ਸਿਸਟਮ ਸੈੱਟ ਹੋ ਸਕਦਾ। ਦੇਖੋ ਇਟਸ ਅ ਇਨੀਸ਼ੀਏਟਿਵ। ਅਗਰ ਅਸੀਂ ਬਾਈ ਜੀ ਕੁਝ ਨਿਵੇਕਲਾ ਕਰਾਂਗੇ ਨਹੀਂ, ਇਹਦਾ ਮਤਲਬ ਅਸੀਂ ਸਾਰਾ ਕੁਝ ਪੁਰਾਣਾ ਹੀ ਹੈ ਜੋ ਚੱਲੀ ਜਾ ਰਿਹਾ। ਅੱਜ ਤੁਸੀਂ ਬਾਈ ਜੀ ਕੱਪੜੇ ਬਦਲ ਲਏ, ਆ ਹੁਣ ਦੂਜੇ ਪਾਉਣ ਲੱਗ ਪਏ, ਜੀਨਾਂ ਪਾਉਣ ਲੱਗ ਪਏ, ਟੈਕਨੋਲੋਜੀ ਮੋਬਾਈਲ ਆ ਗਈ, ਬਟ ਅਸੀਂ ਗਰੋ ਕਿਉਂ ਨਹੀਂ ਕਰਨਾ ਚਾਹੁੰਦੇ? ਅਗਰ ਅਸੀਂ ਕਿਸੇ ਨੇ, ਸਾਡੇ ਬਜ਼ੁਰਗ ਪਹਿਲਾਂ ਮੋਬਾਈਲ ਨਹੀਂ ਸੀ ਵਰਤਦੇ, ਹੁਣ ਸਾਡੇ ਬਜ਼ੁਰਗ ਵੀ ਲੱਗੇ ਨੇ, ਕਿਉਂਕਿ ਵਰਲਡ ਦਾ ਪਤਾ ਲੱਗ ਰਿਹਾ, ਜਾਗ੍ਰਿਤੀ ਆ ਰਹੀ ਹੈ। ਅਗਰ ਇਹ ਭਾਰਤੀ ਜਨਤਾ ਪਾਰਟੀ ਕੀ ਇਨੀਸ਼ੀਏਟਿਵ ਲੈ ਰਹੀ ਹੈ, ਮੈਂ ਤੁਹਾਨੂੰ ਕਹਿਣਾ ਵਿਰੋਧੀ ਨਾ ਬਣੋ, ਆਪਣੇ ਕਹਿੰਦੇ ਨਾ ਅੰਦਰ ਝਾਕ ਕੇ ਦੇਖੋ ਵੀ 10 ਲੱਖ ਫੈਮਿਲੀਜ਼ ਥੋੜੀਆਂ ਨਹੀਂ ਹੁੰਦੀਆਂ ਭਾਜੀ। ਇੱਕ ਪਰਿਵਾਰ ਦਾ ਮੁੰਡਾ ਭਲਵਾਨ ਬਣ ਜੇ ਤੇ ਉਹ 10 ਲੱਖ ਰੁਪਇਆ ਮਹੀਨਾ ਕਮਾਉਣ ਲੱਗ ਜੇ, ਫੋਰਨ ਟੂਰਨਾਮੈਂਟਾਂ ਚੋਂ ਜਿੱਤ ਕੇ ਆਵੇ, ਕਬੱਡੀ ਟੂਰਨਾਮੈਂਟਾਂ ਜਿੱਤ ਕੇ, ਟਰੈਕਟਰ ਜਿੱਤ ਲੇ, ਮੋਟਰਸਾਈਕਲ ਜਿੱਤ ਲੇ, ਨਾਲ ਦੇ ਪਿੰਡ ਦੇ 25 ਮੁੰਡੇ ਨਾਲ ਲੱਗ ਜਾਂਦੇ, ਭਾਈ ਭਲਵਾਨੀ ਕਰ ਓਏ, ਉਹ ਦਾਰੇ ਵਰਗਾ ਬਣਨਾ, ਗਾਮੇ ਵਰਗਾ ਬਣਨਾ। ਅਗਰ 10 ਲੱਖ ਪਰਿਵਾਰ ਉਦਾਹਰਨ ਬਣਨਗੇ ਤਾਂ ਪੂਰੇ ਦੇਸ਼ ਦਾ ਯੂਥ ਜਿਹੜਾ ਹੋਣਾ ਸ਼ੁਰੂ ਹੋ ਜਾਊਗਾ। ਮੈਂ ਤਾਂ ਪਰਸਨਲੀ ਕਹੂੰਗਾ ਕਿ 1 ਸਾਲ ਆਰਮੀ 'ਚ 10ਵੀਂ ਤੋਂ ਬਾਅਦ ਹਰ ਯੂਥ ਦਾ ਕੰਪਲਸਰੀ ਕਰੋ, ਤਾਂ ਕਿ ਸਾਡੀ ਆਉਣ ਵਾਲੇ ਟਾਈਮ ਦੇ ਵਿੱਚ ਆ ਯੂਕਰੇਨ ਵਾਲੀ ਸਿਚੁਏਸ਼ਨ ਨਾ ਹੋਵੇ, ਅਚਾਨਕ ਵਿਪਤਾ ਪੈ ਜੇ, ਠੀਕ ਹੈ, ਦੇਸ਼ਾਂ 'ਚ ਆਪਸ 'ਚ ਘਮਾਸਾਨ ਮੱਚ ਜੇ, ਤਾਂ ਸਾਡੇ ਦੇਸ਼ ਦੀ ਆਬਾਦੀ ਸਾਡਾ ਨੈਗੇਟਿਵ ਪੁਆਇੰਟ ਮੰਨਿਆ ਜਾਂਦਾ, ਸਾਡੇ ਦੇਸ਼ ਦੀ ਆਬਾਦੀ ਸਾਡਾ ਪੋਜ਼ਿਟਿਵ ਪੁਆਇੰਟ ਹੋ ਜਾਊਗਾ, ਕਿਉਂਕਿ ਸਾਡੇ ਕੋਲ ਕਿੰਨੇ ਫੌਜੀ ਹੋ ਜਾਣਗੇ। ਕਹਿੰਦੇ ਕਿ ਇੱਕ ਚੀਜ਼ ਹੋਰ, ਮੈਂ ਇੱਕ ਟਵੀਟ ਪੜਿਆ ਸੀ ਆਗੂ ਦਾ, ਉਹ ਕਹਿੰਦੇ ਕਿ ਅਗਨੀਵੀਰ ਸਭ ਤੋਂ ਕਮਜ਼ੋਰ ਕੜੀ ਹੋਣਗੇ, ਜੇ ਕਦੇ ਜੰਗ ਲੱਗਦੀ ਤਾਂ ਸਭ ਤੋਂ ਕਮਜ਼ੋਰ ਕੜੀ ਹੋਣਗੇ, ਕਿਉਂਕਿ ਥੋੜਾ ਸਮਾਂ ਹੋਊ, ਉਹਨਾਂ ਦੀ ਟ੍ਰੇਨਿੰਗ ਘੱਟ ਹੋਊਗੀ, ਉਮਰ ਛੋਟੀ ਹੋਊਗੀ। ਇਹ ਨਾ ਪ੍ਰੈਡਿਕਸ਼ਨਸ ਨਾ ਦਿਓ। ਜਦੋਂ 4 ਸਾਲ ਬਾਈ ਜੀ ਇੱਕ ਬੰਦੇ ਨੂੰ ਟ੍ਰੇਨਿੰਗ ਮਿਲ ਜਾਂਦੀ ਆ ਨਾ, ਉਹਨੂੰ ਪਤਾ ਹੁੰਦਾ ਮੇਰੀ ਪ੍ਰਾਇੋਰਟੀ ਕੀ ਆ। ਮੇਰੀ ਪ੍ਰਾਇੋਰਟੀ ਮੇਰਾ ਦੇਸ਼ ਹੈ, ਮੇਰੀ ਪ੍ਰਾਇੋਰਟੀ ਮੇਰੇ ਮਾਂ-ਬਾਪ ਨੇ, ਮੇਰੀ ਪ੍ਰਾਇੋਰਟੀ ਮੇਰੀ ਸਟੇਟ ਹੈ, ਉਹ ਕੰਟਰੀਬਿਊਟ ਕਰੂਗਾ ਪੋਜ਼ਿਟਿਵ। ਭਾਜੀ 35% ਲੋਕ ਥੋੜੇ ਨਹੀਂ ਹੁੰਦੇ, 35% ਲੋਕਾਂ ਨੂੰ ਡਾਇਰੈਕਟ ਫੌਜ ਦੇ ਵਿੱਚ ਸਾਰੀ ਉਮਰ ਲਈ ਨੌਕਰੀ ਹੈ, ਤੇ ਬਾਕੀ ਕਈ ਐਸੇ ਵੀ ਹੁੰਦੇ ਜਿਹੜੇ ਨੌਕਰੀ ਕਰਨ ਜਾਂਦੇ ਛੱਡ ਜਾਂਦੇ ਆ। ਉਦੋਂ ਇਹਨਾਂ ਚੋਂ ਫੌਜੀ ਜਿਹੜੇ ਹੋਣਗੇ ਕਾਬਲ, ਉਹਨਾਂ ਨੂੰ ਚੱਕ ਕੇ ਕੰਪੀਟੀਟਿਵ ਤੌਰ ਤੇ ਅੱਗੇ ਲਿਆਂਦਾ ਜਾਊਗਾ। ਸੋ ਇਹ ਸਾਰੇ ਭਰਮ ਫੈਲਾਏ ਜਾ ਰਹੇ ਆ। ਅਗਨੀਵੀਰ, ਅੱਗ ਦੇ ਰਾਹ ਤੇ ਤੁਰਨ ਵਾਲੇ ਫੌਜੀ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਲੋੜ ਹੈ। ਯਾਦ ਰੱਖਿਓ, ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹ ਸਾਨੂੰ ਉਦੋਂ ਤੋੜਦੀਆਂ ਨੇ ਜਦੋਂ ਪਤਾ ਹੋਵੇ ਵੀ ਇਹਨਾਂ ਕੋਲ ਤਾਂ ਹੈ ਹੀ ਕੁਝ ਨਹੀਂ। ਜਦੋਂ ਡਿਵੈਲਪਡ ਕੰਟਰੀਜ਼ ਜਿਨ੍ਹਾਂ ਦਾ ਰੋਬ ਚੱਲਦਾ ਆ ਪੂਰੇ ਦੁਨੀਆ ਤੇ, ਜਦੋਂ ਉਹਨਾਂ ਨੂੰ ਪਤਾ ਹੋਊਗਾ ਵੀ ਨਹੀਂ ਯਾਰ ਭਾਈ ਉਹਨਾਂ ਦੀ ਤਾਂ ਫੌਜ ਹੀ ਬੜੀ ਤਗੜੀ, ਉਹਨਾਂ ਦਾ ਤਾਂ ਹਰ ਬੰਦਾ ਹੀ ਫੌਜੀ ਹੈ,
ਤੁਸੀਂ ਦੱਸੋ ਉਹ ਲੋਕ ਸਾਡੇ ਨਾਲ ਕਦੀ ਪੰਗਾ ਨਹੀਂ ਲੈਣਗੇ, ਸਗੋਂ ਕਹਿਣਗੇ ਇਹਦੇ ਨਾਲ ਹੱਥ ਮਿਲਾ ਕੇ ਰੱਖੋ, ਇਹਨਾਂ ਕੋਲ ਫੌਜ ਬਹੁਤ ਤਗੜੀ ਹੈ। ਮੇਰਾ ਅਖੀਰਲਾ ਸਵਾਲ ਹੈ, ਸਪੀਚਾਂ ਤੁਸੀਂ ਪਹਿਲਾਂ ਵੀ ਜਦੋਂ ਮੈਂ ਸ਼ੁਰੂ ਤੋਂ ਸੁਣ ਰਿਹਾ ਤੁਹਾਡੀਆਂ ਸਪੀਚਾਂ ਬੜੀਆਂ ਸਦੀਆਂ ਹੋਈਆਂ ਸਪੀਚਾਂ, ਸਟੀਕ ਦੀ ਗੱਲ ਕਰਦੇ ਸੀ, ਪਰ ਉਸ ਤੋਂ ਬਾਅਦ ਹੁਣ ਥੋੜਾ ਹੋਰ ਤਰਾਸ਼ੇ ਹੋਏ ਲੱਗ ਰਹੇ ਹੋ ਬੀਜੇਪੀ ਚ ਆਉਣ ਤੋਂ ਬਾਅਦ। ਬਾਈ ਜੀ ਕਹਿੰਦੇ ਆ ਨਾ ਵੀ ਹੌਲੀ ਹੌਲੀ ਕਰਕੇ, ਪਹਿਲਾਂ ਜਜ਼ਬਾਤੀ ਸੀ ਜਦੋਂ ਆਮ ਆਦਮੀ ਪਾਰਟੀ ਸੀ, ਜਦੋਂ ਇਹਨੂੰ ਕਹਿੰਦੇ ਅੱਲੇ ਅੱਲੇ ਜੇ ਤੋੜ ਲਏ ਸੀ ਕੇਜਰੀਵਾਲ ਨੇ ਇਨਕਲਾਬ ਦਾ ਲੋਲੀਪੌਪ ਦੇ ਕੇ। ਜਦੋਂ ਕੇਜਰੀਵਾਲ ਨੂੰ ਜਿੰਨਾ ਨੇੜਿਓਂ ਮੈਂ ਦੇਖਿਆ ਬਾਈ ਜੀ, ਮੈਂ ਸ਼ਮਾ ਰੋਸ਼ਨ ਕਰਦਾ ਸੀ, ਕੇਜਰੀਵਾਲ ਐ ਖੜਾ ਹੁੰਦਾ ਸੀ, ਫੋਟੋ ਭੇਜ ਦੂੰਗਾ ਤੁਹਾਨੂੰ, ਸ਼ਮਾ ਰੋਸ਼ਨ ਕਰਾਉਂਦਾ ਸੀ ਤੁਹਾਡੇ ਪੰਜਾਬ ਦੇ। ਉਦੋਂ ਕਹਿੰਦੇ ਜੱਸੀ ਹਮਾਰਾ ਪੰਜਾਬ ਦਾ ਬੱਬਰ ਸ਼ੇਰ। ਬਾਈ ਜੀ ਗੰਨੇ ਨੂੰ ਇੱਕ ਵਾਰੀ ਪੀੜਦੇ ਆ, ਇਹ ਇੱਕ ਵਾਰੀ ਪੀੜ ਕੇ ਦੋ ਵਾਰੀ ਪੀੜ ਕੇ ਜਦ ਜੂਸ ਇਹਨੂੰ ਲੱਗਦਾ ਨਾ ਖਤਮ ਹੋ ਗਿਆ ਤੇ ਚੱਕ ਕੇ ਵਗਾ ਕੇ ਪਾਸੇ ਮਾਰਦੇ ਆ। ਧਰਮਵੀਰ ਗਾਂਧੀ, ਸੁਖਪਾਲ ਖਹਿਰਾ, ਜੱਸੀ ਜਸਰਾਜ, ਕੰਵਰ ਸੰਧੂ, ਭਾਈ ਬਲਦੀਪ, ਡਾਕਟਰ ਦਲਜੀਤ, ਕਿੱਥੇ ਗਏ ਇਮਾਨਦਾਰ ਬੰਦੇ? ਕੱਲਾ ਇੱਕ ਬੰਦਾ ਜਿਹੜਾ ਲੰਬਾ ਪਿਆ ਰਗਵ ਚੱਡੇ ਦੇ ਪੈਰਾਂ 'ਚ, ਕੇਜਰੀਵਾਲ ਦੇ ਤਲੂਏ ਚੱਟ ਰਿਹਾ, ਜਿਹੜਾ ਬੰਦਾ ਅੱਜ ਮੈਂਟਲੀ ਡਿਪਰੈਸ ਹੋਇਆ ਪਿਆ ਕਿਉਂਕਿ ਉਹਦੇ ਨਾਲ ਕੋਈ ਭਾਈਬੰਦੀ ਹੈ ਹੀ ਨਹੀਂ, ਉਹ ਬੰਦਾ ਅੱਜ ਮੁੱਖ ਮੰਤਰੀ ਹੈ। ਸੋ ਮੈਂ ਆਈ ਹੈਵ ਨਥਿੰਗ ਟੂ ਲੂਜ਼, ਮੈਂ ਰਾਈਜ਼ ਕਰ ਰਿਹਾ, ਮੈਂ ਥੈਂਕਸ ਫॉर योर ਕੰਪਲੀਮੈਂਟ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ 'ਚ ਨਿਖਾਰ ਹੈ। ਬਟ ਬਾਈ ਜੀ ਜਿਹੜਾ ਬੰਦਾ ਸੀਐਮ ਹੈ ਉਹਦੇ 'ਚ ਨਿਖਾਰ ਕਿਉਂ ਹੈ? ਮੈਂ ਇਸ ਲਈ ਕਹਿ ਰਿਹਾ ਕਿ ਬਿਨਾਂ ਰੁਕੇ ਹੀ ਤੁਸੀਂ ਬਸ ਉਹ ਫਰਾਟੇ ਤਰ੍ਹਾਂ ਹੀ ਮੋਦੀ ਜੀ ਵਾਲੇ ਟਰੈਕ ਤੇ ਚੱਲ ਪਏ ਹੋ। ਬਾਈ ਜੀ ਆਈ ਐਮ ਫੋਲੋਇੰਗ ਮਾਈ ਲੀਡਰ, ਆਈ ਐਮ ਫੋਲੋਇੰਗ ਹਿਸ ਵਿਜ਼ਨ। ਮੈਂ ਅਗਰ ਮੇਰੇ ਲੀਡਰ ਦੀ ਵਿਜ਼ਨ ਨੂੰ ਫੋਲੋ ਕਰਦਾ, ਜੇ ਕੋਈ ਦੂਜਾ ਬੰਦਾ ਕਹੂਗਾ ਤੁਹਾਡੇ ਲਈ ਆਹ ਗਲਤ ਹੈ ਉਹ ਗਲਤ ਹੈ, ਬਾਈ ਕਿਹੜਾ ਬੰਦਾ ਹੈ, ਕਿਹੜੀ ਦੇਸ਼ ਦਾ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੈ ਜਿਹੜਾ ਆਪਣੇ ਯੂਥ ਨੂੰ 10 ਲੱਖ ਫੈਮਿਲੀਜ਼ ਨੂੰ ਕਹਿੰਦਾ ਮਾਂ-ਬਾਪ ਤੇ ਇਕੱਲੇ ਬੋਝ ਨਹੀਂ ਬਣਨਾ ਓਏ? ਮੋਦੀ ਸਾਹਿਬ ਤੁਹਾਡੇ ਨਾਲ ਨੇ, ਬੀਜੇਪੀ ਸਰਕਾਰ ਤੁਹਾਡੇ ਨਾਲ ਹੈ, ਭਾਰਤ ਦੀ ਸਰਕਾਰ ਤੁਹਾਨੂੰ ਬਰਾਬਰ ਪਲੇਟਫਾਰਮ ਦਊਗੀ। ਨਹੀਂ ਤਾਂ ਕੀ ਹੈ, ਬਾਪੂ ਦਹੀਂ 100 ਰੁਪਿਆ, ਬਾਪੂ ਦਹੀਂ 200, ਬਾਪੂ ਫਿਲਮ ਦੇਖਣ ਜਾਣਾ, ਬਾਪੂ ਇੱਧਰ ਜਾਣਾ, ਕਿਉਂ ਬਈ? ਮਾਂ-ਬਾਪ ਨੇ ਠੇਕਾ ਲਿਆ, ਮਾਂ-ਬਾਪ ਦੇ ਨਾਲ ਅਗਰ ਮੋਦੀ ਜੀ ਨਾਲ ਖੜੇ ਨੇ ਕਿ ਬੇਟੇ ਆਪਣਾ ਕਮਾ, ਜਿੱਥੇ ਤੇਰਾ ਜੀ ਕਰਦਾ ਖਰਚ। ਸਗੋਂ ਹੋ ਸਕਦਾ ਬਜ਼ੁਰਗ ਮਾਂ-ਬਾਪ ਕੋਈ ਘਰੇ ਬਿਮਾਰ ਪਿਆ ਹੋਵੇ, ਉਹ ਬੱਚਾ ਜਿਹੜਾ ਫੌਜੀ ਹੈ 4 ਸਾਲ, ਉਹ ਐਟਲੀਸਟ ਉਦੋਂ ਆਪਣੇ ਬਾਪ ਨੂੰ ਦੇ ਸਕਦਾ, ਪਾਪਾ ਮੇਰੇ ਤੋਂ ਲੈ ਲਓ, ਪਾਪਾ ਮੇਰੇ ਮੰਮਾ ਮੇਰੇ ਤੋਂ ਲੈ ਲਓ। ਜਸਰਾਜ ਸਾਡੇ ਨਾਲ ਸਨ ਔਰ ਅਗਨੀਵੀਰ ਦੇ ਮਸਲੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਮਾਹੌਲ ਭਖਿਆ ਹੋਇਆ ਹੈ ਔਰ ਪ੍ਰਦਰਸ਼ਨ ਹੋ ਰਹੇ ਨੇ ਵੱਖ-ਵੱਖ ਥਾਵਾਂ ਤੇ, ਤਾਂ ਜੱਸੀ ਜਸਰਾਜ ਉਹਨਾਂ ਨੇ ਪੱਖ ਰੱਖਿਆ। ਉਹਨਾਂ ਨੇ ਕਿਹਾ ਕਿ ਇੱਕ ਚੰਗਾ ਫੈਸਲਾ ਹੈ ਔਰ ਜਿਵੇਂ ਹੀ ਮੁੰਡੇ ਨੌਜਵਾਨ ਹੋਣਗੇ ਤਾਂ ਉਹਨਾਂ ਨੂੰ ਨੌਕਰੀ ਮਿਲ ਜਾਏਗੀ, ਉਹ ਆਪਣੇ ਪਰਿਵਾਰ ਦੇ ਵਿੱਚ ਖਰਚਾ ਬਣਾਉਣਗੇ। ਕੈਮਰਾ ਪਰਸਨ ਸੁਰਿੰਦਰ ਐਸਕੇ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸੰਗਰੂਰ।